देश दुनिया की हर वड्डी खबर ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਪਿਛਲੇ ਕੁਝ ਸਮੇਂ ਦੇ ਵਿੱਚ ਆਈਟੀਬੀਪੀ ਦੇ ਇੱਕ ਡਿਪਟੀ ਕਮਾਂਡੈਂਟ ਮਹਿਲਾ ਦਾ ਕੇਸ ਬਹੁਤ ਚਰਚਾ ਦੇ ਵਿੱਚ ਆਇਆ ਸੀਗਾ, ਜਿਨ੍ਹਾਂ ਨੇ ਸੈਕਸ਼ੂਅਲ ਅਸੌਲਟ ਦੇ ਇਲਜ਼ਾਮ ਲਗਾਏ ਸੀ। ਕਰੁਣਾਜੀਤ ਕੌਰ ਉਹਨਾਂ ਦਾ ਨਾਮ ਸੀਗਾ, ਜਿਸ ਤੋਂ ਬਾਅਦ ਉਹਨਾਂ ਨੇ ਆਈਟੀਬੀਪੀ ਤੋਂ ਡਿਪਟੀ ਕਮਾਂਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਅੱਜ ਕੱਲ੍ਹ ਹਾਈ ਕੋਰਟ ਦੇ ਵਿੱਚ ਬਤੌਰ ਐਡਵੋਕੇਟ ਪ੍ਰੈਕਟਿਸ ਕਰ ਰਹੇ ਨੇ। ਬੜੀ ਬੁਲੰਦ ਆਵਾਜ਼ ਹੈ ਕਰੁਣਾਜੀਤ ਕੌਰ ਦੀ। ਸਿੰਘੂ ਬਾਰਡਰ ਦੇ ਉੱਤੇ ਕਿਸਾਨ ਧਰਨੇ ਨੂੰ ਸਮਰਥਨ ਦੇਣ ਪਹੁੰਚੇ, ਬੜੀ ਦਮਦਾਰ ਸਪੀਚ ਦਿੱਤੀ ਜਿਹਨੂੰ ਲੋਕਾਂ ਨੇ ਖੂਬ ਸਰਾਹਿਆ। ਕਰੁਣਾਜੀਤ ਕੌਰ ਸਾਡੇ ਨਾਲ ਨੇ। ਕਰੁਣਾਜੀਤ, ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ। ਸਭ ਤੋਂ ਪਹਿਲਾਂ ਕਾਨੂੰਨ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ, ਤੁਸੀਂ ਕਾਨੂੰਨ ਦੇ ਵਿਦਿਆਰਥੀ ਹੈਗੇ ਹੋ। ਹੁਣ ਜਿਹੜੀਆਂ ਸੋਧਾਂ ਤੇ ਗੱਲ ਆ ਕੇ ਖੜੀ ਆ ਕਿ ਅਸੀਂ ਸੋਧਾਂ ਕਰ ਦਿੰਨੇ ਆ, ਉਸ ਨੂੰ ਲੈ ਕੇ ਤੁਹਾਡੀ ਕੀ ਰਾਏ ਹੈਗੀ ਹੈ? ਤੁਸੀਂ ਸੋਧਾਂ ਵੀ ਪੜ੍ਹੀਆਂ ਹੋਣੀਆਂ, ਤੁਸੀਂ ਉਹਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕਿ ਉਹ ਸੋਧਾਂ ਕਿਸੇ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਫਾਇਦੇ ਲਈ ਹੈਗੀਆਂ? ਕਿਉਂਕਿ ਕਿਸਾਨ ਤੇ ਉਹਨੂੰ ਰੱਦ ਕਰ ਚੁੱਕੇ ਨੇ, ਬਿੱਲ ਵਾਪਸ ਕਰਵਾ ਕੇ ਵਾਪਸ ਮੁੜਨਾ ਹੀ ਜਿਹੜਾ ਇੱਕ ਟੀਚਾ ਹੈਗਾ। ਪਰ ਸੋਧਾਂ ਦੇ ਵਿੱਚ ਕੀ ਤੁਹਾਨੂੰ ਕੋਈ ਬੈਕਡੋਰ ਦੀ ਕੋਈ ਚਲਾਕੀ ਨਜ਼ਰ ਆਉਂਦੀ ਹੈ? ਇੱਦਾਂ ਜੀ, ਸਾਡੇ ਲਾਅ ਦੇ ਵਿੱਚ ਹਰ ਚੀਜ਼ ਕਰਨ ਦੇ ਲਈ ਇੱਕ ਜੁਰਿਸਡਿਕਸ਼ਨ ਦੀ ਲੋੜ ਹੁੰਦੀ ਹੈ। ਸੋਧ ਤਾਂ ਬਹੁਤ ਬਾਅਦ ਦੀ ਗੱਲ ਹੈ। ਕਾਨੂੰਨ ਦੇ ਹਿਸਾਬ ਦੇ ਨਾਲ, ਭਾਰਤ ਦੇ ਸੰਵਿਧਾਨ ਦੇ ਹਿਸਾਬ ਦੇ ਨਾਲ, ਇਹ ਜਿਹੜੀ ਕੇਂਦਰ ਦੀ ਸਰਕਾਰ ਹੈਗੀ ਆ, ਇਹ ਕਾਨੂੰਨ ਬਣਾ ਹੀ ਨਹੀਂ ਸਕਦੀ ਸੀ। ਸਾਡੇ ਜਿਹੜਾ ਇੰਡੀਆ ਦਾ ਕਨਸਟੀਟਿਊਸ਼ਨ ਹੈਗਾ, ਸੰਵਿਧਾਨ ਹੈਗਾ, ਉਹਦੇ ਵਿੱਚ 3 ਲਿਸਟਸ ਦਿੱਤੀਆਂ ਹੋਈਆਂ ਆ, ਜਿਹਦੇ ਵਿੱਚ ਉਹ ਵਿਸ਼ੇ ਦਿੱਤੇ ਹੋਏ ਆ ਕਿ ਕਿਹੜੀ ਸਰਕਾਰ ਕਿਹੜੇ ਵਿਸ਼ੇ ਤੇ ਕਾਨੂੰਨ ਬਣਾ ਸਕਦੀ ਹੈ। ਤੇ ਜਿਹੜਾ ਐਗਰੀਕਲਚਰ ਹੈਗਾ ਆ, ਤੇ ਐਗਰੀਕਲਚਰ ਪ੍ਰੋਡਿਊਸ ਦੀ ਮਾਰਕੀਟਿੰਗ ਹੈਗੀ ਆ, ਇਟ ਇਜ਼ ਨਾਟ ਅ ਸਬਜੈਕਟ ਫॉर ਯੂਨੀਅਨ ਗਵਰਨਮੈਂਟ। ਇਹਦੇ ਉੱਤੇ ਸਿਰਫ ਜਿਹੜਾ ਸਟੇਟ ਗਵਰਨਮੈਂਟ ਹੀ ਕਾਨੂੰਨ ਬਣਾ ਸਕਦੀ ਹੈ। ਤੇ ਕੇਂਦਰ ਦੀ ਸਰਕਾਰ ਨੇ ਬੜੀ ਹੀ ਚਲਾਕੀ ਦੇ ਨਾਲ ਇਹਨੂੰ ਟ੍ਰੇਡ, ਕਿਉਂਕਿ ਜਿਹੜਾ ਟ੍ਰੇਡ ਸਬਜੈਕਟ ਹੈ ਉਹਦੇ ਉੱਤੇ ਸੈਂਟਰ ਲੈਜਿਸਲੇਟ ਕਰ ਸਕਦਾ ਹੈ, ਇਹਨਾਂ ਨੇ ਟ੍ਰੇਡ ਦੇ ਅੰਡਰ ਉਹਨੂੰ ਕਰਕੇ ਉਹਦੇ ਉੱਤੇ ਕਾਨੂੰਨ ਬਣਾਇਆ ਹੈ। ਜਦਕਿ ਆਮ ਲੋਕਾਂ ਨੂੰ, ਮੈਂ ਹੁਣੀ ਸਟੇਜ ਤੇ ਵੀ ਇਹ ਗੱਲ ਦੱਸ ਰਹੀ ਸੀ ਕਿ ਮਾਰਕੀਟਿੰਗ ਔਰ ਟ੍ਰੇਡ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਮਾਰਕੀਟਿੰਗ, ਜੇ ਮੈਂ ਆਪਣੇ ਖੇਤ ਦੇ ਵਿੱਚ ਫਸਲ ਉਗਾ ਕੇ ਉਹਨੂੰ ਮੰਡੀ ਦੇ ਵਿੱਚ ਵੇਚਣ ਜਾਂਦੀ ਹਾਂ ਤਾਂ ਮਾਰਕੀਟਿੰਗ ਹੈ, ਦੈਟ ਇਜ਼ ਨਾਟ ਟ੍ਰੇਡ। ਮੈਂ ਕਿਸੇ ਦੁਕਾਨ ਤੋਂ ਚੀਜ਼ ਲੈ ਕੇ ਉਹਨੂੰ ਅੱਗੇ ਕਿਤੇ ਹੋਰ ਵੇਚਣ ਜਾਂਦੀ ਹਾਂ, ਉਹ ਟ੍ਰੇਡ ਹੈ। ਤੇ ਜਿਹੜੇ ਕਾਨੂੰਨ ਦਾ ਆਧਾਰ ਹੀ ਗਲਤ ਹੈ, ਜਿਹੜਾ ਕਾਨੂੰਨ ਇਹ ਬਣਾ ਹੀ ਨਹੀਂ ਸਕਦੀ ਸੀ, ਤੇ ਉਹਦੇ ਉੱਤੇ ਸਰਕਾਰ ਇਹ ਸੋਧ ਕਿੱਦਾਂ ਕਰ ਸਕਦੀ ਹੈ? ਦਿਸ ਇਜ਼ ਅਲਟਰਾ ਵਾਇਰਸ ਦੀ ਕਨਸਟੀਟਿਊਸ਼ਨ। ਇਹ ਤਾਂ ਸਾਡੀ ਸੁਪਰੀਮ ਕੋਰਟ ਨੂੰ ਚਾਹੀਦਾ ਸੀਗਾ ਕਿ ਇਹਨੂੰ ਸੁਓ ਮੋਟੋ ਇਹਦਾ ਕੋਗਨੀਜ਼ੈਂਸ ਲੈ ਕੇ ਇਸ ਕਾਨੂੰਨ ਨੂੰ ਰੱਦ ਕਰ ਦੇ। ਪਰ ਹੁਣ ਜਿਹੜੇ ਤੁਸੀਂ ਸੋਧਾਂ ਪੜ੍ਹੀਆਂ ਹੈਗੀਆਂ, ਮੇਰਾ ਸਵਾਲ ਉੱਥੇ ਹੈਗਾ ਕਿ ਸੋਧਾਂ ਪੜ੍ਹੀਆਂ ਹੈਗਾ, ਇਸ ਚੀਜ਼ ਨੂੰ ਲੈ ਕੇ ਤੇ ਪਹਿਲੇ ਹੀ ਹੋ ਰਿਹਾ ਕਿ ਤੁਸੀਂ ਫੈਡਰਲ ਸਟਰਕਚਰ ਦੀ ਜਿਹੜੀ ਭੂਮਿਕਾ ਹੈਗੀ ਹੈ ਉਹਨੂੰ ਵੀ ਖਤਮ ਕਰ ਦਿੱਤਾ। ਸਟੇਟ ਸਬਜੈਕਟ ਹੈਗਾ ਐਗਰੀਕਲਚਰ, ਤੁਸੀਂ ਡਾਇਰੈਕਟ ਉਸ ਦੇ ਵਿੱਚ ਇੰਟਰਵੀਨ ਕੀਤਾ। ਪਰ ਹੁਣ ਉਸ ਤੋਂ ਅੱਗੇ ਗੱਲ ਆ ਗਈ, ਹੁਣ ਜਦੋਂ ਸਰਕਾਰ ਇੰਨੇ ਪ੍ਰੋਟੈਸਟ ਤੋਂ ਬਾਅਦ ਹੁਣ ਸੋਧਾਂ ਦੇ ਉੱਤੇ ਆ ਗਈ ਕਿ ਅਸੀਂ ਚਲੋ ਸੋਧ ਕਰ ਦਿੰਦੇ ਹਾਂ। ਜਿਹੜੀਆਂ ਸੋਧਾਂ ਨਵੀਆਂ ਆਈਆਂ, ਕਿਆ ਤੁਸੀਂ ਉਹਨੂੰ ਪੜ੍ਹਿਆ ਹੈਗਾ? ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੋ? ਜੀ, ਮੈਂ ਉਹਨੂੰ ਪੜ੍ਹਿਆ ਹੈ। ਮੈਂ ਫਿਰ ਆਪਣੀ ਗੱਲ ਇੱਥੇ ਰਿਪੀਟ ਕਰੂੰਗੀ ਕਿ ਸੋਧ ਤਾਂ ਕਰ ਸਕਦੇ ਨਾ ਜੋ ਕਾਨੂੰਨ ਬਣਾ ਸਕਦੇ। ਮੈਂ ਇੱਕ ਵਕੀਲ ਹਾਂ ਤੇ ਇਸ ਕਰਕੇ ਮੈਂ ਲੀਗਲ ਐਂਗਲ ਤੋਂ ਹੀ ਗੱਲ ਕਰੂੰਗੀ। ਦੇ ਕੁਡ ਨਾਟ ਹੈਵ ਲੈਜਿਸਲੇਟਡ ਦੀ ਲਾਅ ਓਨਲੀ। ਜੇ ਉਹ ਕਾਨੂੰਨ ਬਣਾ ਹੀ ਨਹੀਂ ਸਕਦੇ ਸੀ ਤੇ ਉਹਦੇ ਵਿੱਚ ਸੋਧ ਕਿੱਦਾਂ ਕਰ ਸਕਦੇ ਆ? ਦੈਟ ਇਜ਼ ਨਾਟ ਪੋਸੀਬਲ। ਇਹ ਸੋਧ ਕਰਨਾ ਵੀ ਜਿਹੜਾ ਅਨਕਨਸਟੀਟਿਊਸ਼ਨਲ ਹੋਏਗਾ ਉਹਦੇ ਵਿੱਚ। ਤੇ ਇਹ ਜਿਹੜੇ ਕਾਨੂੰਨ ਹੈਗੇ ਆ, ਇਹ ਬਿਲਕੁਲ ਹੀ ਇਹਨਾਂ ਦੇ ਜਿਹੜੇ ਨਾ ਹੀ ਲੁਭਾਵਣੇ ਹੈਗੇ ਆ, ਬਿਲਕੁਲ ਹੀ ਦੇ ਆਰ ਡੈਥ ਵਾਰੰਟ ਸਾਡੀ ਕਿਸਾਨੀ ਦੇ ਲਈ, ਸਾਡੇ ਕਿਸਾਨਾਂ ਲਈ, ਸਾਡੇ ਮੁਲਕ ਦੇ ਭਵਿੱਖ ਦੇ ਲਈ ਇਹ ਡੈਥ ਵਾਰੰਟ ਹੈਗੇ ਆ। ਇਹ ਕਹਿੰਦੇ ਆ ਜਿਹੜੇ 3 ਕਾਨੂੰਨ ਜਿਹੜੇ ਹੈਗੇ ਆ, ਇੱਕ ਇਹ ਅਸੀਂ APMC ਦੀ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਦੀ ਗੱਲ ਕਰੀਏ, ਇਹ ਕਹਿੰਦੇ ਆ ਜੀ ਅਸੀਂ ਤੁਹਾਨੂੰ ਬਰਕਰਾਰ ਰੱਖਿਆ ਹੈ। ਬਰਕਰਾਰ ਤੁਸੀਂ ਕੀ ਰੱਖਿਆ ਆ ਕਿ ਉਹਦੇ ਆਪੋਜ਼ਿਟ ਤੁਸੀਂ ਇੱਕ ਪ੍ਰਾਈਵੇਟ ਮੰਡੀ ਬਾਹਰ ਲਿਆ ਕੇ ਖੜੀ ਕਰ ਦਿੱਤੀ ਹੈ। ਉਹਦੇ ਵਿੱਚ ਕੋਈ ਰੂਲਸ ਨਹੀਂ ਹੈ, ਕੋਈ ਰੈਗੂਲੇਸ਼ਨ ਨਹੀਂ ਹੈ, ਕੋਈ ਟੈਕਸਿਸ ਨਹੀਂ ਹੈ। ਬਿਲਕੁਲ ਉਹੀ ਗੱਲ ਹੈ ਜੀ ਜਿੱਦਾਂ ਇਹ ਕਹਿੰਦੇ ਆ ਕਿ ਅਸੀਂ BSNL ਤਾਂ ਬੰਦ ਕੀਤਾ ਹੀ ਨਹੀਂ। BSNL ਜਿਹੜੇ ਆ ਅੱਜ ਵੀ ਉਹ 3G ਦੇ ਵਿੱਚ ਚੱਲ ਰਹੇ ਆ, ਉਹਨਾਂ ਕੋਲ 4G ਹੈ ਨਹੀਂ ਹੈ। ਔਰ ਜਿਹੜੇ Jio ਵਾਲੇ ਹੈਗੇ ਆ, ਉਹਨਾਂ ਦੇ ਅਗਲੇ ਸਾਲ 5G ਆਉਣ ਲੱਗਾ ਹੈ। ਤੇ ਦਿਸ ਇਜ਼ ਵਾਟ ਦੇ ਆਰ ਡੂਇੰਗ ਵਿਦ ਦੀ ਐਗਰੀਕਲਚਰ ਆਲਸੋ। ਔਰ ਜੇ ਅਸੀਂ ਗੱਲ ਕਰੀਏ ਜਿਹੜਾ ਇਹਦੇ ਵਿੱਚ ਕੰਟਰੈਕਟ ਵਾਲਾ ਕਾਨੂੰਨ ਹੈਗਾ, ਉਹਦੇ ਵਿੱਚ ਜਿਹੜਾ ਕੰਟਰੈਕਟ ਹੁੰਦਾ 2 ਬਰਾਬਰ ਦੀਆਂ ਧਿਰਾਵਾਂ ਦੇ ਵਿੱਚ ਹੁੰਦਾ। ਜਿਹੜਾ ਸਾਡਾ ਗਰੀਬ ਜਿਹੜਾ ਜ਼ਿਮੀਂਦਾਰ ਹੈਗਾ, ਇਹ ਅੰਬਾਨੀ ਦੇ ਨਾਲ ਕੰਟਰੈਕਟ ਕਰਕੇ ਕਿੱਦਾਂ ਸਫਲ ਹੋ ਜਾਏਗਾ? ਉਹਦੀ ਐਕਸਪਲੋਇਟੇਸ਼ਨ ਨਹੀਂ ਹੋਏਗੀ। ਦੂਸਰੀ ਗੱਲ, ਤੁਸੀਂ ਕਹਿੰਦੇ ਹੋ ਜੀ ਕੰਟਰੈਕਟ ਹੋਏਗਾ, ਉਹਦੇ ਕੀ ਰੂਲਸ ਐਂਡ ਰੈਗੂਲੇਸ਼ਨਸ ਹੋਣਗੇ? ਉਹ ਕੰਟਰੈਕਟ ਨੂੰ ਜਿਹੜਾ ਹੋਊਗਾ, ਔਰ ਜੇ ਕੋਈ ਪਾਰਟੀ ਬ੍ਰੀਚ ਆਫ ਕੰਟਰੈਕਟ ਕਰਦੀ ਹੈ, ਜੇ ਜਿਹੜੇ ਵੱਡਾ ਸਰਮਾਏਦਾਰ ਪ੍ਰਾਈਵੇਟ ਪਲੇਅਰ ਹੈਗਾ ਸਾਡੇ ਕਿਸਾਨਾਂ ਦੇ ਨਾਲ ਬ੍ਰੀਚ ਆਫ ਕੰਟਰੈਕਟ ਕਰਦਾ, ਕੱਲ ਨੂੰ ਉਹਨੂੰ ਜਾ ਕੇ ਕਹਿ ਦਿੰਦਾ ਕਿ ਵੀ ਆ ਜਿਹੜੀ ਤੇਰੀ ਫਸਲ ਆ ਇਹਦੇ ਵਿੱਚ ਮੋਇਸਚਰ ਜ਼ਿਆਦਾ ਆ, ਘੱਟ ਆ, ਜਾਂ ਇਹਦਾ ਸਾਈਜ਼ ਠੀਕ ਨਹੀਂ ਆ, ਮੈਂ ਤੇਰੀ ਫਸਲ ਨਹੀਂ ਲੈਂਦਾ। ਉਸ ਤੋਂ ਬਾਅਦ ਕੀ ਪ੍ਰਾਵਧਾਨ ਆ? ਉਹਦੇ ਉੱਤੇ ਚੁੱਪ ਹੈ। ਇਹਨਾਂ ਨੂੰ ਪੁੱਛਣ ਜਾਓ ਤਾਂ ਇਹ SDM ਦਾ ਰੌਲਾ ਪਾਉਣ ਲੱਗ ਜਾਂਦੇ। SDM ਕੌਣ ਹੈ? ਹੀ ਇਜ਼ ਪਾਰਟ ਆਫ ਦੀ ਲੈਜਿਸਲੇਚਰ। ਉਹ ਤਾਂ ਸਰਕਾਰੀ ਤੰਤਰ ਦਾ ਆਪ ਹਿੱਸਾ ਹੈ। ਜੁਡੀਸ਼ਰੀ ਕੀ ਕਰੇਗੀ? ਜੇ ਸਾਰਾ ਜੇ ਨਿਆਂਪਾਲਿਕਾ ਦਾ ਕੰਮ ਵੀ ਲੈਜਿਸਲੇਚਰ ਕਰਨ ਲੱਗ ਗਈ ਤਾਂ ਹਿੰਦੁਸਤਾਨ ਦੀ ਜੁਡੀਸ਼ਰੀ ਕੀ ਕਰੇਗੀ? ਔਰ ਜੇ SDM ਦੀ ਗੱਲ ਕਰੀਏ ਤੇ ਮੈਂ ਹੁਣ ਸਟੇਜ ਤੇ ਵੀ ਇਹੀ ਗੱਲ ਸਾਂਝੀ ਕਰ ਰਹੀ ਸੀ ਕਿ ਜਿਹੜਾ ਸਾਡਾ এনवायरमेंट ਐਕਟ ਹੈਗਾ ਆ, ਉਹਦੇ ਵਿੱਚ ਇੱਕ ਪ੍ਰਾਵਧਾਨ ਆ ਕਿ ਜਿੰਨਾ ਵੀ ਇੰਡਸਟਰੀ ਦਾ ਸੀਵਰੇਜ ਹੈਗਾ ਆ ਜਾਂ ਹੋਰ ਸੀਵੇਜ ਆ ਜਾਂ ਐਫਲੂਐਂਟਸ ਹੈਗੇ ਆ, ਉਹ ਜਿਹੜੇ ਨੈਚੁਰਲ ਰਿਸੋਰਸਿਸ ਆਫ ਵਾਟਰ ਹੈਗੇ ਉਹਨਾਂ ਦੇ ਵਿੱਚ ਨਹੀਂ ਜਾਊਗਾ। ਔਰ ਇਹ ਇਨਸ਼ੋਰ ਕਰਨਗੇ SDM
ਕਿੰਨੇ ਐਸਡੀਐਮ ਜਿਹੜੇ ਹੈਗੇ ਇਹ ਗੱਲ ਇਨਸ਼ੋਰ ਕਰਦੇ ਆ। ਤੁਸੀਂ ਬਿਆਸ ਦਰਿਆ ਦਾ ਪਾਣੀ ਦੇਖ ਲਓ, ਸਤਲੁਜ ਦਰਿਆ ਦਾ ਪਾਣੀ ਦੇਖ ਲਓ, ਦੋਨਾਂ ਦੇ ਰੰਗਾਂ ਦੇ ਵਿੱਚ ਫਰਕ ਦੇਖ ਲਓ। ਇਹ ਜਿਹੜੀਆਂ ਗੰਨਾ ਮਿੱਲਾਂ ਹੈਗੀਆਂ ਆ 14 ਦਿਨਾਂ ਦੇ ਅੰਦਰ ਉਹਨਾਂ ਨੇ ਪੈਸਾ ਦੇਣਾ ਹੁੰਦਾ, ਨਹੀਂ ਤਾਂ ਵਿਆਜ ਲਾਗੂ ਹੋਣਾ ਸ਼ੁਰੂ ਹੋ ਜਾਂਦਾ ਤੇ ਨਾ ਦੇਵੇਂ ਤਾਂ ਐਸਡੀਐਮ ਕੋ ਜਾਣਾ ਹੁੰਦਾ। ਕਿੰਨੇ ਸਾਡੇ ਇੱਥੇ ਐਸਡੀਐਮ ਇਦਾਂ ਦੇ ਹੈਗੇ ਜਿਨ੍ਹਾਂ ਨੇ ਕਿਸਾਨਾਂ ਦਾ ਉਹ ਜਿਹੜਾ ਪੈਸਾ ਗੰਨਾ ਮਿੱਲਾਂ ਤੋਂ ਛੁਡਵਾਤਾ ਆ। ਤੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਸਾਡੇ ਨਾਲ ਆ ਕੇ ਇਸ ਬਾਰੇ ਗੱਲ ਕਰਨ, ਸਾਨੂੰ ਜਵਾਬ ਤਾਂ ਦੇਣ ਕਿ ਕਿਹਨਾਂ ਤੋਂ ਪੁੱਛ ਕੇ ਤੁਸੀਂ ਪਹਿਲੀ ਗੱਲ ਤਾਂ ਕਿ ਕੇਸ ਜੁਰਿਸਡਿਕਸ਼ਨ ਨੂੰ ਐਕਸਰਸਾਈਜ਼ ਕਰਦੇ ਹੋਏ ਤੁਸੀਂ ਇਹ ਕਾਨੂੰਨ ਬਣਾਏ ਆ। ਤੁਹਾਡੇ ਸਲਾਹਕਾਰ ਕੌਣ ਸੀਗੇ? ਤੁਹਾਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਦੇ ਨਾਲ ਇਹ ਪ੍ਰੋਟੈਸਟ ਹੋਇਆ ਜਾਂ ਇੰਟਰਨੈਸ਼ਨਲ ਲੈਵਲ ਤੱਕ ਗੱਲ ਗਈ ਹੈ, ਸਰਕਾਰ ਦਬਾਅ ਦੇ ਵਿੱਚ ਆ ਸਕਦੀ ਹੈ, ਤੁਸੀਂ ਇਸ ਚੀਜ਼ ਨੂੰ ਅਸੈਸ ਕਿਵੇਂ ਕਰ ਰਹੇ ਹੋ? ਜੀ ਬਿਲਕੁਲ, ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਜਦ ਕੋਈ ਸਮੱਸਿਆ ਹੁੰਦੀ ਹੈ ਤੇ ਸਟੇਟ ਪ੍ਰੋਬਲਮ ਤੇ ਉਸ ਤੋਂ ਬਾਅਦ ਸਿੱਧੀ ਫਿਰ ਉਹ ਇੰਟਰਨੈਸ਼ਨਲ ਪ੍ਰੋਬਲਮ ਹੁੰਦੀ ਹੈ। ਹੁਣ ਤੁਸੀਂ ਦੇਖ ਲਓ ਯੂਐਨ ਤੋਂ ਵੀ ਬਿਆਨ ਹੈ, ਕੈਨੇਡਾ ਤੋਂ ਬਿਆਨ ਹੈ, ਅਮਰੀਕਾ ਤੋਂ ਬਿਆਨ ਹੈ, ਯੂਕੇ ਤੋਂ ਬਿਆਨ ਹੈ। ਇਹਨਾਂ ਨੂੰ ਕਰਨਾ ਹੀ ਪਏਗਾ। ਇਹ ਜਿਹੜੀ ਹੁਣ ਇਹ ਉਹ ਪਹਿਲੇ ਜ਼ਮਾਨੇ ਨਹੀਂ ਰਹਿ ਗਏ, ਅਹਿਮਦ ਸ਼ਾਹ ਅਬਦਾਲੀ ਵਾਲੇ ਜ਼ਮਾਨੇ ਨਹੀਂ ਰਹਿ ਗਏ। ਤੁਸੀਂ ਆਈਸੋਲੇਸ਼ਨ ਦੇ ਵਿੱਚ ਇਕੱਲੇ ਤੁਸੀਂ ਤਾਨਾਸ਼ਾਹ ਨਹੀਂ ਬਣ ਸਕਦੇ। ਇਹ ਕੈਨੇਡਾ ਦੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਹੈਗੇ ਇਹ ਉਹਨਾਂ ਨੂੰ ਪੁੱਛਦੇ ਆ ਕਿ ਉਹ ਸਾਡੇ ਇੰਟਰਨਲ ਮੈਟਰਸ 'ਚ ਇੰਟਰਫੇਅਰ ਨਾ ਕਰਨ। ਤੁਸੀਂ ਯੂਐਨ ਦੇ ਤੁਸੀਂ ਆਪ ਮੈਂਬਰ ਹੋ, ਹਿਊਮਨ ਰਾਈਟ ਟ੍ਰੀਟੀਜ਼ ਦੇ ਉੱਤੇ ਤੁਸੀਂ ਆਪ ਸਿਗਨੇਟਰੀ ਹੋ, ਕੈਨੇਡਾ ਵਾਲੇ ਵੀ ਸਿਗਨੇਟਰੀ ਹੈ ਤੇ ਇੱਕ ਜਿਹੜਾ ਸਿਗਨੇਟਰੀ ਹੈਗਾ ਆ, ਠੀਕ ਹੈ ਨਾ, ਹਿਊਮਨ ਰਾਈਟਸ ਟ੍ਰੀਟੀ ਦਾ ਚਾਰਟਰ ਦਾ, ਉਹ ਦੂਸਰੇ ਜਿਹੜਾ ਮੈਂਬਰ ਹੈਗਾ ਉਹਨੂੰ ਬਿਲਕੁਲ ਪੁੱਛ ਸਕਦਾ ਆ। ਇਹ ਕਾਨੂੰਨ ਦੀ ਗੱਲ ਹੈ, ਸਾਡੇ ਨਾਲ ਆ ਕੇ ਇੱਕ ਕਾਨੂੰਨ ਦੀ ਗੱਲ ਕਰਨ। ਇਹਨਾਂ ਨੇ ਆਪਣੇ ਘਰੋਂ ਕਾਨੂੰਨ ਬਣਾ ਲਿਆ ਕਿ ਹਾਊ ਕੁਡ ਹੈਵ ਹੀ ਆਸਕ them, he has every right to ask them। ਹਾਂਜੀ ਠੀਕ ਹੈ, ਹੁਣ ਲੱਗ ਕੀ ਰਿਹਾ ਹੈਗਾ ਤੁਹਾਨੂੰ ਸਹੀ ਦਿਸ਼ਾ ਦੇ ਵਿੱਚ ਜਾ ਰਹੇ ਆ? ਜੀ ਬਿਲਕੁਲ, ਇਹਦੇ ਵਿੱਚ ਹਾਂਜੀ ਇਹ ਕਹਿੰਦੇ ਅੰਗਰੇਜ਼ੀ ਦੀ ਕਹਾਵਤ ਹੈ ਕਿ ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ। ਇੱਕ ਗੱਲੋਂ ਮੋਦੀ ਸਾਹਿਬ ਦਾ ਸ਼ੁਕਰੀਆ ਵੀ ਬਹੁਤ ਹੈ ਕਿ ਇਹਨਾਂ ਨੇ ਇੱਕ ਮੰਚ ਤੇ ਸਾਡੇ ਸਾਰੇ ਵਰਗ ਦੇ ਭਰਾਵਾਂ ਨੂੰ, ਉਹ ਕਿਸੇ ਵੀ ਧਰਮ ਦੇ ਹੋਣ, ਜਾਤ ਦੇ ਹੋਣ, ਖਿੱਤੇ ਦੇ ਹੋਣ, ਇਕੱਠਾ ਕਰਤਾ ਹੈ। ਤੇ ਜਿਹੜੀ ਮੁੱਠੀ ਜਦੋਂ ਬੰਦ ਹੋ ਜਾਂਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸਭ ਨੂੰ ਇਹਦੀ ਤਾਕਤ ਦੇਖਣ ਨੂੰ ਮਿਲੇਗੀ। ਇੱਕ ਹੋਰ ਚੀਜ਼ ਜਾਂਦੇ ਇੱਕ ਸਵਾਲ ਰਹਿ ਗਿਆ, ਕਿਉਂਕਿ ਜਦੋਂ ਟਵਿੱਟਰ ਤੇ ਪੰਜਾਬੀਆਂ ਨੇ ਬਹੁਤ ਇੱਕ ਚਲਾ ਦਿੱਤਾ, ਰੋਜ਼ ਟ੍ਰੈਂਡਿੰਗ ਕਰਵਾ ਦਿੱਤੇ ਟਵਿੱਟਰ, ਤਾਂ ਉੱਥੇ ਵੀ ਇੱਕ ਨੈਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸਾਨ ਟਵਿੱਟਰ ਕਿਵੇਂ ਚਲਾ ਸਕਦੇ, ਉਹਦੇ ਪੜ੍ਹੇ ਲਿਖੇ ਹੀ ਨਹੀਂ ਹੈਗੇ। ਬਿਲਕੁਲ ਜੀ, ਮੈਂ ਕੱਲ ਵੀ ਇੰਟਰਵਿਊ ਕਿਸੇ ਨਾਲ ਕਰ ਰਹੀ ਸੀ, ਇਹੀ ਕਹਿ ਰਹੀ ਸੀ। ਮੈਂ ਨੈਸ਼ਨਲ ਮੀਡੀਆ ਤੇ ਬਹੁਤ ਸੁਣਦੀ ਹਾਂ, ਇਹ ਕਹਿੰਦੇ ਆ ਜੀ ਇਹਨਾਂ ਦੇ ਬੱਚੇ ਅੰਗਰੇਜ਼ੀ ਨਹੀਂ ਬੋਲ ਸਕਦੇ, ਉੱਥੇ ਉਹ ਪਤਾ ਨਹੀਂ ਕਿਹੜੇ ਕੱਪੜੇ ਪਾ ਕੇ ਇਹਨਾਂ ਦੇ ਬੱਚੇ ਘੁੰਮਦੇ ਆ। ਤਾਂ ਮੈਂ ਤੁਹਾਨੂੰ ਇੱਕ ਜਵਾਬ ਦੇਣਾ ਚਾਹੁੰਦੀ ਹਾਂ, ਗੋਦੀ ਮੀਡੀਆ, ਯੂ ਕਨਫਰੰਟ ਮੀ। ਮੈਂ ਅੰਗਰੇਜ਼ੀ ਵੀ ਬੋਲ ਸਕਦੀ ਹਾਂ, ਮੈਂ ਕੱਪੜੇ ਵੀ ਵਧੀਆ ਪਾਉਂਦੀ ਹਾਂ, ਐਂਡ ਯੂ ਟਾਕ ਟੂ ਮੀ ਔਨ ਐਨੀ ਇਸ਼ੂ। ਮੈਨੂੰ ਕੋਈ ਵੀ ਇਸ਼ੂ ਦੇ ਦਿਓ, ਆ ਕੇ ਮੇਰੇ ਨਾਲ ਜਿਹੜੇ ਮਰਜ਼ੀ ਪੱਧਰ ਤੇ ਉਹਦੇ ਉੱਤੇ ਗੱਲ ਕਰ ਲਿਓ। ਔਰ ਮੈਂ ਇਹ ਗੱਲ ਬੜੇ ਪ੍ਰਾਊਡਲੀ ਕਹਿੰਦੀ ਹਾਂ ਕਿ ਮੈਂ ਕਿਸਾਨਾਂ ਦੀ ਬੇਟੀ ਹਾਂ। ਬਹੁਤ ਬਹੁਤ ਧੰਨਵਾਦ। ਸੋ ਇਹ ਤੁਸੀਂ ਸੁਣਿਆ ਕਿ ਇਸੇ ਤਰ੍ਹਾਂ ਦੀ ਦਮਦਾਰ ਸਪੀਚ ਜਿਹੜੀ ਹੈਗੀ ਹੈ ਉਹਨਾਂ ਨੇ ਮੰਚ ਦੇ ਉੱਤੇ ਵੀ ਦਿੱਤੀ ਸੀਗੀ, ਪਰ ਜਿਹੜਾ ਨੈਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੱਥੋਂ ਅੰਗਰੇਜ਼ੀ ਦੇ ਵਿੱਚ ਸਪੀਚ ਵੀ ਹੁੰਦੀ ਹੈ, ਗੱਲਬਾਤ ਵੀ ਕੀਤੀ ਜਾਂਦੀ ਹੈ, ਤਾਂ ਉਹ ਕਿਸਾਨ ਨਹੀਂ ਹੈਗੇ, ਉਹਨਾਂ ਦੇ ਵਿੱਚ ਕੁਝ ਹੋਰ ਤਰ੍ਹਾਂ ਦੇ ਲੋਕ ਸ਼ਾਮਿਲ ਕੀਤੇ ਗਏ ਨੇ। ਤੇ ਇਸ ਦਾ ਸਬੂਤ ਅਸੀਂ ਲੈ ਕੇ ਆਂਦਾ ਹੈ ਦੈਨਿਕ ਸਵੇਰਾ ਤੇ ਕਿ ਕਿਸਾਨ ਪਰਿਵਾਰ ਕਿਸ ਪੱਧਰ ਦੀਆਂ ਡਿਸਕਸ਼ਨਸ ਕਰ ਰਹੇ ਨੇ ਔਰ ਤਾਂ ਵੀ ਪੀਸਫੁਲ ਤਰੀਕੇ ਦੇ ਨਾਲ ਕਿਸ ਤਰ੍ਹਾਂ ਇਸ ਅੰਦੋਲਨ ਨੂੰ ਆਪਣੀ ਸਹੀ ਦਿਸ਼ਾ ਵੱਲ ਲੈ ਕੇ ਜਾ ਰਹੇ ਨੇ। ਕੈਮਰਾਮੈਨ ਪਵਨ ਦੇ ਨਾਲ ਪਮਿਲ ਭਾਟੀਆ, ਦੈਨਿਕ ਸਵੇਰਾ, ਦਿੱਲੀ। All World Open Challenge 17-time gold medalist Mia Rafiq Mohammed, Pandit Maulvi, Begum, Tantrik, इन्ना चोरा ठग्गा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री मिया रफीक मोहम्मद। मोबाइल 84 374 94 647, 84 374 94 648।